श्री नानक पाद पंकज बंदन पाद पंकज बंदना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब खुद मंदो कर अनुराग एक अंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए प्रभावान सुंदर सरभंगा भस्म संग सो कीन कुरंगा जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर जुड़ मिल बैठे आ सत्कार जोग सत्संगी जनों दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की अपार कृपा हुई है कि असी रोज़मर्रा की जिंदगी दे विचों समा कढ़ के सतगुरां जी की पावन पवित्र हजूरी अंदर हाजरियां भर रहे हैं ते इस समय नूं कीमती बनाउण वास्ते सतगुरां जी की अमृतमई बाणी का कीर्तन श्रवण करदे आ नाल नाल इतिहासक विचारां की भी सांझ पाउंदे हां। पिछले कुछ दिनों तो असीं धन गुरु नानक साहिब जी महाराज जी के जीवन के बाबत श्री गुरु नानक प्रकाश पूर्वराध अध्याय 14वें का प्रसंग आरंभ किया सी, जिस दे विच धन गुरु नानक साहिब जी महाराज जी को खरा सौदा करने के वास्ते मेहता कालू जी के वलों भेजा जाता है। कल के दीवाना के विच असीं इत्थों तक विचार सरवण कर चुके हैं कि धन गुरु नानक साहिब जी महाराज एक जंगल दे विच एक साधुओं का आश्रम देखते हैं तो उत्थे जाके आश्रम दे विच साधुओं के नाल धन गुरु नानक साहिब जी महाराज जी का विचार होंदा। जदों उत्थे विचार चर्चा होंदे ने विलाप होंदा है तो भाई बाला जी नूं मेहता कालू जी ने जिहड़े 20 रजत पन फड़ाए सन धन गुरु नानक साहिब जी महाराज आखदे ने भी आपां ये 20 रजत पन इन्हां साधुओं नूं दे दईए तां जो ये अपनी जरूरत के अनुसार लोड़ के अनुसार अपने तन के उत्ते पहनण दे लई वस्त्र भी लै जाणगे ते बाकी का बचिया जो पैसा है उस दे पदार्थ लैके भोजन भी छक लैणगे।
ਪਰ ਭਾਈ ਬਾਲਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਖਦੇ ਨੇ ਵੀ ਤੁਸੀਂ ਆਪਣੇ ਪਿਤਾ ਜੀ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ ਹੋ। ਤੁਸੀਂ ਆਪਣੇ ਪਿਤਾ ਜੀ ਦੇ ਸੁਭਾਅ ਤੋਂ ਜਾਣੋ ਵੀ ਉਹ ਜਦੋਂ ਤੁਸੀਂ ਇਹੋ ਜਿਹਾ ਕੋਈ ਕਾਰਜ ਕਰੋਗੇ ਵੀ ਉਹ ਗੁੱਸੇ ਵਿੱਚ ਆ ਜਾਣਗੇ। ਤੇ ਭਾਈ ਬਾਲਾ ਜੀ ਆਖਦੇ ਨੇ ਵੀ ਤੁਸੀਂ ਫਿਰ ਆਪਸ ਦੇ ਵਿੱਚ ਪਿਓ ਪੁੱਤਰ ਹੀ ਉਸ ਮਸਲੇ ਨੂੰ ਸੁਲਝਾਇਓ ਤੇ ਮੈਂ ਤੁਹਾਡੇ ਵਿਚਕਾਰ ਨਹੀਂ ਆਵਾਂਗਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਸਾਰਿਆਂ ਦੇ ਨਾਲ ਵਿਚਰਦੇ ਨੇ, ਵਿਚਾਰ ਚਰਚਾ ਕਰਦੇ ਨੇ। ਕੀ ਵਿਚਾਰ ਚਰਚਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਉਹਨਾਂ ਸਾਧੂਆਂ ਦੇ ਵਿਚਕਾਰ ਹੁੰਦੀ ਹੈ। ਆਓ ਇਹ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਪ੍ਰਭਾਵਾਨ ਸੁੰਦਰ ਸਰਬੰਗਾ, ਭਸਮ ਸੰਗ ਸੋ ਕੀਨ ਕੁਰੰਗਾ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਉਹਨਾਂ ਸਾਧੂਆਂ ਨੂੰ ਵੇਖਿਆ ਸੀ ਕਿ ਉਹਨਾਂ ਨੇ ਆਪਣੇ ਤਨ ਦੇ ਉੱਤੇ ਵਸਤਰ ਵੀ ਨਹੀਂ ਪਹਿਨੇ, ਸਗੋਂ ਆਪਣੇ ਤਨ ਦੇ ਉੱਤੇ ਭਸਮ ਮਲੀ ਹੋਈ ਹੈ, ਸਵਾਹ ਮਲੀ ਹੋਈ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਇਸ ਤਰ੍ਹਾਂ ਆਪਣੇ ਸਰੀਰ ਨੂੰ ਕਸ਼ਟ ਦੇ ਰਹੇ ਹੋ। ਤੁਸੀਂ ਉਸ ਪਰਮਾਤਮਾ ਦੇ ਵੱਲੋਂ ਦਿੱਤੀ ਹੋਈ ਦਾਤ ਜੋ ਸਰੀਰ ਰੂਪੀ ਦਾਤ ਹੈ ਉਸ ਦੀ ਚੰਗੇ ਤਰੀਕੇ ਦੇ ਨਾਲ ਸੰਭਾਲ ਨਹੀਂ ਕਰ ਰਹੇ। ਤੇ ਤੁਸੀਂ ਕਿਸ ਤਰ੍ਹਾਂ ਆਸ ਰੱਖ ਸਕਦੇ ਹੋ ਵੀ ਪਰਮਾਤਮਾ ਤੁਹਾਡੇ ਉੱਤੇ ਭਤੀਜ ਜਾਵੇਗਾ ਤੇ ਪਰਮਾਤਮਾ ਤੁਹਾਡੇ ਹੱਥ ਆ ਜਾਵੇਗਾ। ਤੇ ਇਸੇ ਤਰ੍ਹਾਂ ਫਿਰ ਪਾਤਸ਼ਾਹ ਜੀ ਨੇ ਇਹ ਵੀ ਬਚਨ ਆਖੇ ਸਨ ਵੀ ਤੁਸੀਂ ਤਨ ਦੇ ਉੱਤੇ ਵਸਤਰ ਨਹੀਂ ਨਾ ਪਹਿਨਦੇ। ਤੇ ਇਹ ਸਰਦੀ ਦੀ ਰੁੱਤ ਦੇ ਵਿੱਚ ਵੀ ਤੁਹਾਨੂੰ ਸਰਦੀ ਸਤਾਉਂਦੀ ਹੈ, ਵਰਖਾ ਦੀ ਰੁੱਤ ਆਉਂਦੀ ਹੈ, ਗਰਮੀ ਰੁੱਤ ਆਉਂਦੀ ਹੈ। ਸਾਰੀਆਂ ਰੁੱਤਾਂ ਮਨੁੱਖ ਦੇ ਸਰੀਰ ਉੱਤੇ ਪ੍ਰਭਾਵ ਪਾਉਂਦੀਆਂ ਨੇ। ਤੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਸਰੀਰ ਦੀ ਸੰਭਾਲ ਹੀ ਨਹੀਂ ਕੀਤੀ, ਸਰੀਰ ਨੂੰ ਕਸ਼ਟ ਦੇ ਰਹੇ ਹੋ ਵੱਖ-ਵੱਖ ਤਰੀਕਿਆਂ ਦੇ ਨਾਲ, ਤੇ ਇਸ ਤਰ੍ਹਾਂ ਹੱਠ ਕਰਨ ਦੇ ਨਾਲ ਉਹ ਪਰਮਾਤਮਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਪ੍ਰਭਾਵਾਨ ਸੁੰਦਰ ਸਰਬੰਗਾ, ਤੇ ਕਹਿੰਦੇ ਸਾਰੇ ਅੰਗ ਕਰਕੇ ਤੁਸੀਂ ਕਹਿੰਦੇ ਸੁੰਦਰ ਹੋ, ਪ੍ਰਭਾਵਸ਼ਾਲੀ ਹੋ। ਪਰਮਾਤਮਾ ਦੇ ਵੱਲੋਂ ਇਹ ਦਿੱਤੀਆਂ ਹੋਈਆਂ ਦਾਤਾਂ ਨੇ। ਸਰੀਰ ਦੇ ਅੰਗ, ਇਹ ਪੂਰਾ ਸਰੀਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਤੁਹਾਡੇ ਅੰਗ ਵੀ ਸੁੰਦਰ ਨੇ ਤੇ ਤੁਸੀਂ ਸਾਰੇ ਪ੍ਰਭਾਵਸ਼ਾਲੀ ਹੋ। ਤੁਸੀਂ ਸਾਰੇ ਸਰੀਰ ਕਰਕੇ ਸੋਹਣੇ ਲੱਗਦੇ ਹੋ। ਭਸਮ ਸੰਗ ਸੋ ਕੀਨ ਕੁਰੰਗਾ, ਕਹਿੰਦੇ ਪਰ ਤੁਸੀਂ ਆਪਣੇ ਇਸ ਤਨ ਦੀ ਕੀਮਤ ਨੂੰ ਜਾਣਿਆ ਨਹੀਂ। ਇਸ ਤਨ ਦੇ ਉੱਤੇ ਤੁਸੀਂ ਸੁਆਹ ਮਲ ਕੇ ਸਰੀਰ ਨੂੰ ਕਹਿੰਦੇ ਕੋਝਾ ਤੇ ਕਰੂਪ ਬਣਾ ਲਿਆ ਹੈ। ਸੰਤ ਰੂਪ ਮਤ ਭਲੋ ਉਤੰਗਾ, ਉਤਰ ਦੀਜੈ ਸੰਗ ਉਮੰਗਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਕਿ ਪਰ ਜਿਹੜੇ ਸੰਤ ਰੂਪ ਨੇ ਨਾ, ਜਿਹੜੇ ਸੰਤ ਜਨ ਅਸਲ ਦੇ ਵਿੱਚ ਸੰਤ ਨੇ, ਸਾਧੂ ਨੇ, ਕਹਿੰਦੇ ਉਹਨਾਂ ਦਾ ਜਿਹੜਾ ਸਿਧਾਂਤ ਹੁੰਦਾ ਹੈ ਨਾ ਬਹੁਤ ਉੱਚਾ ਹੁੰਦਾ ਹੈ। ਉਹਨਾਂ ਦਾ ਜਿਹੜਾ ਸਿਧਾਂਤ ਹੈ, ਉਹਨਾਂ ਦੀ ਜਿਹੜੀ ਮੱਤ ਹੈ, ਉਹਨਾਂ ਦੀ ਵਿਚਾਰ ਹੈ ਨਾ, ਉਹ ਸੁਰਤ ਬਹੁਤ ਉੱਚੀ ਹੁੰਦੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇੱਥੇ ਆਖਦੇ ਨੇ ਵੀ ਤੁਸੀਂ ਤਾਂ ਇਸੇ ਗੱਲ ਤੱਕ ਸੀਮਤ ਰਹਿ ਕੇ ਵੀ ਤਨ ਦੇ ਉੱਤੇ ਸਵਾਹ ਮਲ ਲਈ, ਸਵਾਹ ਮਲ ਕੇ ਰਹਿਣਾ ਜਾਂ ਹੋਰ ਹੱਠ ਕਰਨੇ। ਹਾਲਾਂਕਿ ਜੇਕਰ ਦੇਖੀ ਜਾਵੇ ਤਾਂ ਉਹ ਸਰੀਰਕ ਜਿਹੜੇ ਕਸ਼ਟ ਨੇ, ਜਿਹੜੇ ਸਰੀਰ ਦੇ ਨਾਲ ਹੱਠ ਕਰਦੇ ਨੇ, ਦੇਖਣ ਨੂੰ ਬਹੁਤ ਕਠਿਨ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਇਸ ਤਰੀਕੇ ਦੇ ਨਾਲ ਪਰਮਾਤਮਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਾਧੂਆਂ ਦੀ ਤਾਂ ਸੁਰਤੀ ਬਹੁਤ ਉੱਚੀ ਹੁੰਦੀ ਹੈ, ਉਹਨਾਂ ਦੇ ਵਿਚਾਰ ਬਹੁਤ ਵਿਸ਼ਾਲ ਹੁੰਦੇ ਨੇ। ਤੇ ਪਾਤਸ਼ਾਹ ਜੀ ਹੁਣ ਉਹਨਾਂ ਨੂੰ ਸਵਾਲ ਕਰਦੇ ਨੇ ਤੇ ਕਹਿੰਦੇ ਵੀ ਤੁਸੀਂ ਮੈਨੂੰ ਇਸ ਗੱਲ ਦਾ ਚੰਗੇ ਤਰੀਕੇ ਦੇ ਨਾਲ ਉੱਤਰ ਦੇਣਾ ਕਰੋ। ਰਿਖੀਕੇਸ਼ ਸੁਣ ਬੋਲਿਓ ਬਾਣੀ, ਮੁਕਤ ਜੋ ਮਾਰਗ ਤਾਰਸ ਸਾਨੀ। ਹੁਣ ਉਹਨਾਂ ਮਹੰਤਾਂ ਦੇ ਵਿੱਚ ਕਹਿੰਦੇ ਇੱਕ ਰਿਖੀਕੇਸ਼ ਨਾਂ ਦਾ ਮਹੰਤ ਹੈ। ਤੇ ਉਹ ਰਿਖੀਕੇਸ਼ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਇਹ ਕੀਤਾ ਹੋਇਆ ਸਵਾਲ ਜਦੋਂ ਸੁਣਿਆ ਨਾ, ਕਹਿੰਦੇ ਉਹ ਰਿਖੀਕੇਸ਼ ਨੇ ਹੁਣ ਆਪਣੀ ਜ਼ੁਬਾਨ ਤੋਂ ਕੁਝ ਉਚਾਰਨ ਕੀਤਾ। ਜਿਹਨੂੰ ਮੁਕਤੀ ਦਾ ਮਾਰਗ ਮਿਲਿਆ ਹੋਇਆ ਸੀ ਨਾ, ਇਹ ਮਹੰਤ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੀ ਬਾਲ ਅਵਸਥਾ ਦੇ ਵਿੱਚ, ਕਿਸ਼ੋਰ ਅਵਸਥਾ ਦੇ ਵਿੱਚ ਵਿਚਰ ਰਹੇ ਨੇ। 12 ਤੋਂ 15 ਸਾਲ ਦੀ ਉਮਰ ਦਾ ਸਮਾਂ ਕਵੀ ਜੀ ਨੇ ਸਾਨੂੰ ਸਮਝਾਉਣਾ ਕੀਤਾ, ਦਰਸਾਇਆ ਹੈ ਵੀ ਇਸ ਉਮਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਰ ਰਹੇ ਨੇ। ਤੇ ਹੁਣ ਇਸ 12 ਤੋਂ 15 ਸਾਲ ਦੀ ਉਮਰ ਦੇ ਵਿੱਚ ਇੱਕ ਬੱਚੇ ਦੇ ਰੂਪ ਦੇ ਵਿੱਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਤਾਂ ਰਿਖੀਕੇਸ਼ ਨੂੰ ਨਹੀਂ ਪਤਾ ਇੰਨਾ।
ਤੇ ਰਿਸ਼ੀਕੇਸ਼ ਨੂੰ ਜਵਾਬ ਦੇਣ ਦੇ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਅੱਗੇ ਵਧਿਆ ਹੈ। ਸਾਧ ਵੇਖ ਜਿਨ ਧਰਿਓ ਸਰੀਰਾ, ਤਾਂ ਕੋ ਚਹੀਅਤ ਸੰਜਮ ਚੀਰਾ। ਤੇ ਹੁਣ ਰਿਸ਼ੀਕੇਸ਼ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਇਹ ਉਚਾਰਨ ਕੀਤਾ ਸੀ ਨਾ ਵੀ ਤੁਸੀਂ ਤਾਂ ਆਪਣੇ ਤਨ ਦੇ ਉੱਤੇ ਵਸਤਰ ਵੀ ਨਹੀਂ ਪਹਿਨਦੇ, ਭੁੱਖੇ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ। ਤੇ ਉਹ ਰਿਸ਼ੀਕੇਸ਼ ਆਖਦਾ ਵੀ ਕਹਿੰਦਾ ਜਿਹੜੇ ਸਾਧੂ ਨੇ ਨਾ, ਜਿਹੜੇ ਸਾਧੂ ਬਿਰਤੀ ਵਾਲੇ ਨੇ, ਜਿਨ੍ਹਾਂ ਨੇ ਸਾਧੂਆਂ ਵਾਲਾ ਵੇਸ਼ ਧਾਰਨ ਕੀਤਾ, ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਦੇ ਜੀਵਨ ਦੇ ਵਿੱਚ ਇਹੀ ਹੁੰਦਾ ਵੀ ਉਹ ਕੱਪੜੇ ਪਾਉਣ ਤੋਂ ਸੰਜਮ ਕਰਦੇ ਨੇ। ਉਹ ਕੱਪੜੇ ਸੰਕੋਚ ਕੇ ਪਾਉਂਦੇ ਨੇ, ਸੋਚ ਸਮਝ ਕੇ ਕੱਪੜੇ ਪਾਉਂਦੇ ਨੇ, ਤੇ ਇਹ ਕੱਪੜੇ ਪਹਿਨਣ ਦੇ ਵਿੱਚ ਵੀ ਸੰਜਮ ਵਰਤਦੇ ਨੇ। ਬਹੁਰ ਸੁਨੋ ਭੋਜਨ ਕੀ ਰੀਤੀ, ਜੇ ਹਮ ਚਾਚੇ ਹੋਤੇ ਅਨੀਤੀ। ਤੇ ਹੁਣ ਕਹਿੰਦੇ ਵੀ ਤੁਸੀਂ ਆਖਦੇ ਹੋ ਵੀ ਭੋਜਨ ਨਹੀਂ ਛਕਦੇ, ਭੋਜਨ ਛਕੇ ਬਿਨਾ ਨਿਰਾ ਆਹਾਰ ਰਹਿ ਕੇ ਹੀ ਆਪਣਾ ਜੀਵਨ ਬਤੀਤ ਕਰਦੇ ਹੋ। ਤੇ ਹੁਣ ਉਹ ਰਿਸ਼ੀਕੇਸ਼ ਮਹੰਤ ਆਖਦਾ ਵੀ ਫਿਰ ਤੁਸੀਂ ਭੋਜਨ ਦੀ ਰੀਤੀ ਨੂੰ ਸੁਣੋ। ਤੁਸੀਂ ਆਖਦੇ ਹੋ ਭੋਜਨ ਨਹੀਂ ਨਾ ਛਕਦੇ, ਅਸੀਂ ਭੁੱਖੇ ਰਹਿੰਦੇ ਆ। ਤੇ ਕਹਿੰਦੇ ਇੱਥੋਂ ਤੱਕ ਪੜਚੋਲ ਕੀਤੀ ਹੈ ਵੀ ਇਹ ਵੀ ਨੀਤੀ ਦੇ ਇੱਕ ਉਲਟ ਹੋਵੇਗਾ। ਅਸੀਂ ਇੱਥੋਂ ਤੱਕ ਇਹ ਪੜਚੋਲ ਕਰ ਲਈ ਹੈ ਵੀ ਇਹ ਵੀ ਇੱਕ ਨੀਤੀ ਤੋਂ ਉਲਟ ਹੋਵੇਗਾ। ਸਿੰਘਾਸਨ ਸੰਤੋਖ ਸੁਹਾਵਾ, ਤਾਂ ਪਰ ਬੈਸ ਪਰਮ ਸੁਖ ਪਾਵਾ। ਤੇ ਕਹਿੰਦੇ ਤਖਤ ਦੇ ਉੱਤੇ ਜਿਹੜਾ ਸਾਧੂਆਂ ਵਾਲਾ ਤਖਤ ਹੈ ਨਾ, ਭਾਵ ਜਿਹੜਾ ਸਾਧੂਆਂ ਵਾਲੀ ਬਿਰਤੀ ਧਾਰਨ ਕਰਨੀ, ਸਾਧੂਆਂ ਵਾਲਾ ਲਿਬਾਸ ਧਾਰਨ ਕਰਨਾ, ਤੇ ਕਹਿੰਦੇ ਇਸ ਜੀਵਨ ਦੇ ਵਿੱਚ ਸਬਰ ਤੇ ਸੰਤੋਖ ਹੀ ਸ਼ੋਭਦਾ ਹੈ। ਇਸ ਕਰਕੇ ਕਹਿੰਦੇ ਅਸੀਂ ਭੋਜਨ ਦਾ ਵੀ ਤਿਆਗ ਕਰ ਦਿੱਤਾ ਵੀ ਅਸੀਂ ਸਬਰ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਹਾਂ। ਸਾਡੇ ਜੀਵਨ ਦੇ ਵਿੱਚ ਅਸੀਂ ਸਬਰ ਤੇ ਸੰਤੋਖ ਹੀ ਹੋਵੇ, ਇਹੀ ਸਾਧੂਆਂ ਵਾਲਾ ਜਿਹੜਾ ਅਸਲ ਵੇਸ ਹੈ। ਤੇ ਫਿਰ ਆਖਦੇ ਨੇ ਤਾਂ ਪਰ ਬੈਸ ਪਰਮ ਸੁਖ ਪਾਵਾਂ, ਤੇ ਸਬਰ ਸੰਤੋਖ ਦੇ ਸਿੰਘਾਸਣ ਦੇ ਉੱਤੇ ਬੈਠ ਕੇ ਤੇ ਇਸੇ ਤਰ੍ਹਾਂ ਕਹਿੰਦੇ ਅਸੀਂ ਆਪਣੇ ਜੀਵਨ ਦੇ ਵਿੱਚ ਪਰਮ ਸੁਖ ਪ੍ਰਾਪਤ ਕਰਦੇ ਹਾਂ। ਪ੍ਰਾਲ ਵਦ ਸੋ ਦਾਸ ਹਮਾਰੀ, ਸੇਵਾ ਕਰਹਿ ਅਨੇਕ ਪ੍ਰਕਾਰੀ। ਪ੍ਰਾਲ ਵੱਧ ਦਾ ਭਾਵ ਹੁੰਦਾ ਕਿਸਮਤ। ਤੇ ਉਹ ਸਾਧੂ ਆਖਦੇ ਨੇ ਵੀ ਕਹਿੰਦੇ ਵੀ ਜਿਹੜੀ ਕਿਸਮਤ ਹੈ ਨਾ, ਉਹੀ ਸਾਡੀ ਨੌਕਰ ਹੈ। ਕਿਸਮਤ ਸਾਡੀ ਨੌਕਰ ਹੈ, ਸੇਵਾ ਕਰੇ ਅਨੇਕ ਪ੍ਰਕਾਰੀ। ਤੇ ਕਿਸਮਤ ਸਾਡੀ ਅਨੇਕਾਂ ਪ੍ਰਕਾਰਾਂ ਦੇ ਨਾਲ, ਅਨੇਕਾਂ ਤਰੀਕਿਆਂ ਦੇ ਨਾਲ ਸੇਵਾ ਕਰਦੀ ਹੈ। ਸੋ ਭੱਟ ਸੰਗ ਬਹੁ ਵਿਦ ਤਪ ਤਪਨ, ਮੋਹ ਨਿਰਪਤ ਕੀ ਪ੍ਰਤ ਨਾ ਖਾਪਣ। ਤੇ ਹੁਣ ਇੱਥੇ ਜ਼ਿਕਰ ਕਰਦੇ ਨੇ ਕਿ ਕਹਿੰਦੇ ਜਿਵੇਂ ਚੰਗੇ ਸੂਰਮਿਆਂ ਦੇ ਨਾਲ ਕਿਸੇ ਫੌਜ ਦੇ ਨਾਲ ਮੁਕਾਬਲਾ ਕੀਤਾ ਜਾਂਦਾ ਹੈ ਨਾ, ਕਹਿੰਦੇ ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਚੰਗੇ ਸੂਰਮਿਆਂ ਨਾਲ ਕਈ ਵਿਧੀਆਂ ਦੇ ਨਾਲ ਤਪ ਕਰਦੇ ਹਾਂ, ਜਪ ਕਰਦੇ ਹਾਂ। ਤੇ ਫਿਰ ਨਾਲ ਹੀ ਆਖਦੇ ਨੇ ਕਿ ਮੋਹ ਨਿਰਪਤ ਕੀ ਪ੍ਰਤ ਨਾ ਪਾਖਣ, ਕਿ ਮੋਹ ਰਾਜੇ ਦੀ ਸੈਨਾ ਜਿਹੜੀ ਸਾਰੀ ਖਤਮ ਕਰ ਦਿੱਤੀ। ਹੁਣ ਚੰਗੇ ਸੂਰਮੇ, ਇੱਥੇ ਉਹਨਾਂ ਨੇ ਚੰਗੇ ਗੁਣਾਂ ਦੀ ਗੱਲ ਕੀਤੀ, ਸਬਰ ਸੰਤੋਖ ਦਾ ਜ਼ਿਕਰ ਕੀਤਾ। ਤੇ ਕਹਿੰਦੇ ਸਾਡੇ ਜੀਵਨ ਦੇ ਵਿੱਚ ਸਬਰ ਸੰਤੋਖ ਨਾਂ ਦੇ ਜਿਹੜੇ ਚੰਗੇ ਸੂਰਮੇ ਨੇ, ਤੇ ਇਹਨਾਂ ਦਾ ਮੁਕਾਬਲਾ ਕਿਹਦੇ ਨਾਲ ਹੁੰਦਾ? ਜਿਹੜੇ ਮੋਹ ਨੇ, ਜਿਹੜੇ ਵਿਕਾਰ ਨੇ। ਜਦੋਂ ਇਹ ਸਬਰ ਸੰਤੋਖ ਦੇ ਵਰਗੇ ਚੰਗੇ ਸੂਰਮਿਆਂ ਦਾ ਇਹਨਾਂ ਵਿਕਾਰਾਂ ਰੂਪੀ ਸੈਨਾ ਦੇ ਨਾਲ ਮੁਕਾਬਲਾ ਹੁੰਦਾ, ਤਾਂ ਕਹਿੰਦੇ ਅਸੀਂ ਇਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ। ਤੇ ਮੋਹ ਰੂਪੀ ਸੈਨਾ ਦਾ ਅਸੀਂ ਸਾਰੇ ਦਾ ਸਾਰਾ ਜਿਹੜਾ ਕਹਿੰਦੇ ਨੇ ਉਹ ਖਾਤਮਾ ਕਰ ਦਿੰਦੇ ਹਾਂ। ਸਤ ਕੋ ਛਤਰ ਸੀਸ ਪਰ ਝੂਲੰਗ, ਜਾਸ ਬਿਲੋਕ ਦਬਤ ਪ੍ਰਤਕੂਲੰਗ। ਤੇ ਫਿਰ ਆਖਦੇ ਨੇ ਕਹਿੰਦੇ ਸਾਡੇ ਸਿਰ ਦੇ ਉੱਤੇ ਨਾ ਦੁਨਿਆਵੀ ਛਤਰ ਨਹੀਂ ਝੂਲਦੇ, ਸਾਡੇ ਸਿਰ ਦੇ ਉੱਤੇ ਤਾਂ ਕੇਵਲ ਸੱਚ ਦਾ ਛਤਰ ਝੂਲਦਾ। ਅਸੀਂ ਸੱਚ ਦਾ ਛਤਰ ਆਪਣੇ ਸਿਰ ਦੇ ਉੱਤੇ ਝੁਲਾਇਆ ਹੈ। ਤੇ ਕਹਿੰਦੇ ਜਾਸ ਬਿਲੋਕ ਦਬਤ ਪ੍ਰਤਕੂਲੰ, ਤੇ ਕਹਿੰਦੇ ਜਸ ਵੇਖ ਕੇ ਵੈਰੀ ਜਿਹੜੇ ਨੇ ਉਹ ਭੱਜ ਜਾਂਦੇ ਨੇ। ਹੁਣ ਸੱਚ ਦਾ ਛਤਰ ਭਾਵ ਅਸੀਂ ਆਪਣੀ ਸੁਰਤੀ 'ਚ ਕਹਿੰਦੇ ਸੱਚ ਧਾਰਨ ਕੀਤਾ, ਅਸੀਂ ਸੱਚ ਦੇ ਪਹਿਰੇਦਾਰ ਹਾਂ। ਜਦੋਂ ਸੱਚ ਦੇ ਪਹਿਰੇਦਾਰ ਹੋ ਕੇ ਜੀਵਨ ਨਿਰਵਾਹ ਕਰਦੇ ਆ ਨਾ, ਤਾਂ ਕਹਿੰਦੇ ਜਿਹੜੇ ਝੂਠ ਰੂਪੀ ਵਿਕਾਰ ਆਉਂਦੇ ਨੇ, ਝੂਠ ਰੂਪੀ ਵੈਰੀ ਸਾਡੇ ਵੱਲ ਭੱਜੇ ਆਉਂਦੇ ਨੇ, ਕਹਿੰਦੇ ਅਸੀਂ ਉਹਨਾਂ ਨੂੰ ਵੀ ਆਪਣੇ ਜੀਵਨ ਦੇ ਵਿੱਚ ਥਾਂ ਨਹੀਂ ਦਿੰਦੇ, ਤੇ ਉਹ ਸੱਚ ਦੇਖ ਕੇ ਉਹ ਵੀ ਮੁੜ ਜਾਂਦੇ ਨੇ। ਅਬ ਚਲ ਜਬ ਕੋ ਅਸ ਸੁਖ ਪਾਇੰਗ, ਅਣਤ ਨ ਤਬ ਕੋ ਮਨ ਬਿਰਮਾਇੰਗ। ਤੇ ਕਹਿੰਦੇ ਇਸੇ ਤਰ੍ਹਾਂ ਅਸੀਂ ਜਦੋਂ ਸਬਰ ਸ਼ੁਕਰ ਦੇ ਨਾਲ ਜੀਵਨ ਬਤੀਤ ਕਰਦੇ ਹਾਂ। ਇਹ ਮਹੰਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਵਾਲਾਂ ਦਾ ਜਵਾਬ ਦੇ ਰਿਹਾ।
ਹੁਣ ਵਿਚਾਰ ਚਰਚਾ ਤੋਂ ਜੇਕਰ ਦੇਖੀਏ, ਅਸੀਂ ਗੁਰਬਾਣੀ ਦੇ ਵਿੱਚ ਵੀ ਪੱਖ ਦੇਖਦੇ ਹਾਂ। ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਸਿੱਧ ਗੋਸ਼ਟ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹਰੇਕ ਧਰਮ ਦੇ ਆਗੂ ਦੇ ਨਾਲ ਡਿਬੇਟ ਹੁੰਦੀ ਹੈ। ਹਰੇਕ ਆਗੂ ਦੇ ਨਾਲ ਉਹ ਧਰਮ ਦੇ ਬਾਬਤ ਜਾਂ ਉਹਦੇ ਕਿਰਦਾਰ ਦੇ ਬਾਬਤ ਜਾਂ ਜਿਹੋ ਜਿਹਾ ਆਚਰਣ ਹੈ ਉਸ ਦੇ ਬਾਬਤ ਵਿਚਾਰ ਚਰਚਾ ਹੁੰਦੀ ਹੈ। ਪਰ ਜਦੋਂ ਅਸੀਂ ਗੁਰਬਾਣੀ ਦੇ ਪੱਖ ਨੂੰ ਦੇਖੀਏ ਨਾ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਿਹੜੇ ਸਵਾਲ ਜਵਾਬ ਜ਼ਿਆਦਾ ਕੀਤੇ ਨੇ, ਉਹ ਸਵਾਲ ਜਵਾਬ ਜੇਕਰ ਤੌਰ ਦੇ ਉੱਤੇ ਦੇਖੀਏ ਜਾਵੇ ਤਾਂ ਜਿਹੜੇ ਸਿੱਧ ਲੋਕ ਸਨ ਨਾ, ਉਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਟਿਕ ਸਕੇ ਨੇ। ਨਾ ਕਾਜੀ ਟਿਕ ਸਕਿਆ ਤੇ ਨਾ ਹੀ ਹਿੰਦੂ ਬ੍ਰਾਹਮਣ ਇਤਿਆਦਿਕ, ਨਾ ਮੁੱਲਾ, ਕੋਈ ਵੀ ਨਹੀਂ ਟਿਕ ਸਕਿਆ। ਤੇ ਪਰ ਜਿਹੜੀ ਸਿੱਧਾਂ ਦੀ ਵਿਚਾਰ ਹੋਈ, ਉਹ ਪਾਤਸ਼ਾਹ ਜੀ ਨਾਲ ਜੋ ਜੋ ਵਿਚਾਰ ਚਰਚਾ ਹੋਈ, ਅਸੀਂ ਉਹ ਪਾਠ ਦੇ ਦਰਸ਼ਨ ਵੀ ਕਰਦੇ ਹਾਂ ਸਿੱਧ ਗੋਸ਼ਟ ਬਾਣੀ ਦੇ ਰੂਪ ਦੇ ਵਿੱਚ। ਤੇ ਇਸੇ ਤਰ੍ਹਾਂ ਇਹ ਸਿੱਧ ਨੇ, ਇਹ ਸਾਧੂ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਉਹਨਾਂ ਵਿਚਾਰ ਚਰਚਾ ਕਰਦੇ ਨੇ। ਗੁਣ ਤਾਂ ਚੰਗੇ ਧਾਰਨ ਕੀਤੇ, ਪਰ ਜਿਹੜੇ ਕੰਮ ਨੇ ਉਹ ਥੋੜੇ ਗਲਤ ਨੇ, ਕੁਦਰਤ ਤੋਂ ਉਲਟ ਚੱਲ ਕੇ ਉਹ ਕਾਰਜ ਕਰ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਹੁਣ ਇੱਥੇ ਆਖਦੇ ਨੇ ਕਿ ਕਹਿੰਦੇ ਇਸ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਚੰਗੇ ਗੁਣ ਧਾਰਨ ਕਰਕੇ ਨਾ, ਕਹਿੰਦੇ ਸੁੱਖ ਪ੍ਰਾਪਤ ਕਰਦੇ ਹਾਂ। ਅਸੀਂ ਇਸ ਤਰ੍ਹਾਂ ਦੇ ਨਾਲ ਮੋਹ ਤੋਂ ਬਚ ਜਾਂਦੇ ਹਾਂ। ਸੰਤ ਉਕਤ ਕੀ ਸੁਣ ਕਰ ਜੁਗਤੰਗ, ਹਰਖਤ ਸ਼੍ਰੀ ਨਾਨਕ ਬਚਨ ਪਤੰਗ। ਤੇ ਕਹਿੰਦੇ ਉਹ ਸੰਤ ਦੀ ਉਚਾਰੀ ਹੋਈ ਜਿਹੜੀ ਸਾਰੀ ਬਾਣੀ ਸੀ, ਜਾਂ ਜੋ ਉਹਨੇ ਆਪਣੀ ਜ਼ੁਬਾਨ ਤੋਂ ਉਚਾਰਨ ਕੀਤਾ, ਰਸਨਾ ਤੋਂ ਉਚਾਰਨ ਕੀਤਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਇਕਾਗਰ ਚਿੱਤ ਹੋ ਕੇ ਉਹ ਸਾਰੇ ਵਚਨ ਸੁਣੇ ਨੇ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਆਪਣੀ ਰਸਨਾ ਤੋਂ ਇਹ ਵਚਨ ਉਚਾਰਿਆ, ਰਾਵਰ ਨਾਮ ਸੁਣਨ ਅਬਿਲਾਖਾ, ਤੁਮਹੁ ਧਨ ਧਰਮ ਦ੍ਰਿੜ ਰਾਖਾ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਹੁਣ ਕਵੀ ਜੀ ਨੇ ਨਾਮ ਦਾ ਜ਼ਿਕਰ ਕੀਤਾ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਦਾ ਨਾਮ ਨਹੀਂ ਪੁੱਛਿਆ, ਨਾ ਹੀ ਉਹ ਮਹੰਤ ਨੇ ਨਾਮ ਦੱਸਿਆ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਉਹ ਵਿਚਾਰ ਚਰਚਾ ਕਰਦੇ ਨੇ, ਪਾਤਸ਼ਾਹ ਜੀ ਆਖਦੇ ਨੇ ਵੀ ਕਹਿੰਦੇ ਵੀ ਤੁਸੀਂ ਧਰਮ ਦ੍ਰਿੜ ਕੀਤਾ ਹੈ, ਧਰਮ ਦੇ ਜਿਹੜੇ ਗੁਣ ਨੇ ਨਾ ਉਹ ਤੁਸੀਂ ਧਾਰਨ ਕੀਤੇ ਨੇ। ਕਹਿੰਦੇ ਮੇਰੇ ਮਨ ਦੇ ਵਿੱਚ ਤੁਹਾਡਾ ਨਾਮ ਸੁਣਨ ਦੀ, ਤੁਹਾਡੇ ਨਾਮ ਦੀ ਜਿਹੜੀ ਹੈ ਉਹ ਮੈਨੂੰ ਪਤਾ ਲੱਗੇ, ਤੁਸੀਂ ਕੀ ਨਾਮ ਰੱਖਿਆ ਹੈ, ਉਹ ਮੇਰੇ ਮਨ ਦੇ ਵਿੱਚ ਇੱਛਾ ਜਾਗੀ ਹੈ। ਕਿ ਆਸਾ ਇੱਕ ਏਕੰਕਾਰਾ, ਪਰਬ੍ਰਿਤ ਤਜ ਨਿਰਬ੍ਰਿਤ ਪਗ ਧਾਰਨ। ਤੇ ਕਹਿੰਦੇ ਉਹ ਇੱਕ ਪ੍ਰਭੂ ਦੀ ਆਸ ਕਿਵੇਂ ਕਰ ਸਕਦੇ ਨੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਵਾਲ ਵੀ ਕਰਨ ਲੱਗੇ ਤੇ ਨਾਲ ਇਹ ਵੀ ਆਖਿਆ ਵੀ ਤੁਹਾਡਾ ਪਹਿਲਾਂ ਤਾਂ ਮੈਨੂੰ ਨਾਮ ਨਹੀਂ ਪਤਾ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਆਖਦੇ ਨੇ ਵੀ ਠੀਕ ਹੈ, ਤੁਸੀਂ ਜੀਵਨ ਦੇ ਵਿੱਚ ਚੰਗੇ ਗੁਣ ਧਾਰਨ ਕੀਤੇ ਨੇ। ਤੇ ਹੁਣ ਅਗਲਾ ਪੱਖ ਰੱਖਦੇ ਨੇ, ਕਿਆ ਆਸਾ ਇੱਕ ਏਕੰਕਾਰ। ਕਹਿੰਦੇ ਉਹ ਇੱਕ ਪ੍ਰਭੂ ਦੀ ਆਸ ਕਿਵੇਂ ਕਰ ਸਕਦੇ ਨੇ। ਪਰਬ੍ਰਿਤ ਤਜ ਨਿਰਬ੍ਰਿਤ ਪਗ ਧਾਰਨ। ਕਹਿੰਦੇ ਜਿਹੜੇ ਗ੍ਰਸਤ ਨੂੰ ਛੱਡ ਕੇ, ਗ੍ਰਸਤ ਦਾ ਮਾਰਗ ਤਿਆਗ ਕੇ, ਕਹਿੰਦੇ ਹੋਰ ਰਸਤਾ ਜਿਹੜਾ ਤਿਆਗ ਦਾ ਰਸਤਾ ਧਾਰਨ ਕੀਤਾ ਹੋਇਆ ਹੈ, ਕਹਿੰਦੇ ਉਹ ਕਿਵੇਂ ਆਸ ਰੱਖ ਸਕਦੇ ਨੇ ਪ੍ਰਭੂ ਦੇ ਉੱਤੇ। ਜਿਹੜੇ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਹੀ ਭਗੌੜੇ ਹੋ ਗਏ, ਜਿਹਨਾਂ ਨੂੰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਨਹੀਂ ਪਤਾ। ਕਿਉਂਕਿ ਇਹਨਾਂ ਦੇ ਫਿਰਕੇ ਦਾ ਇੱਕ ਇਹ ਵੀ ਵਿਚਾਰ ਹੈ ਵੀ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ, ਗ੍ਰਸਤ ਜੀਵਨ ਦੇ ਵਿੱਚ ਪ੍ਰਵੇਸ਼ ਹੋ ਕੇ ਘਰ ਦੇ ਵਿੱਚ ਰਹਿ ਕੇ ਭਗਤੀ ਕਰਾਂਗੇ, ਬੰਦਗੀ ਕਰਾਂਗੇ, ਤਾਂ ਅਸੀਂ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸਾਡੇ ਜੀਵਨ ਦੇ ਵਿੱਚ ਪਰਿਵਾਰ, ਜਿਹੜਾ ਪਰਿਵਾਰ ਦਾ ਮੋਹ ਹੈ ਨਾ, ਉਹ ਸਾਡੇ ਜੀਵਨ ਦੇ ਵਿੱਚ ਇੱਕ ਅੜਿੱਕਾ ਬਣ ਜਾਵੇਗਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ। ਉਹ ਇੱਕ ਰੋਕ ਦਾ ਕੰਮ ਕਰਦਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਨਿਰਮਲ ਪੰਥ ਚਲਾਇਆ, ਉਹਦੀ ਵਿਚਾਰਧਾਰਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਸਮਝਾਉਣਾ ਕੀਤੀ ਵੀ ਭਾਈ ਗ੍ਰਸਤ ਜੀਵਨ ਵੀ ਦੇ ਵਿੱਚ ਰਹਿਣਾ ਵੀ ਜ਼ਰੂਰੀ ਹੈ। ਮਨੁੱਖ ਨੇ ਗ੍ਰਸਤ ਜੀਵਨ ਦੇ ਵਿੱਚ ਰਹਿੰਦਿਆਂ ਇਹਨਾਂ ਚੀਜ਼ਾਂ ਦੇ ਉੱਤੇ ਕਿਵੇਂ ਜਿੱਤ ਪ੍ਰਾਪਤ ਕਰਨੀ, ਇਹ ਅਸਲ ਦੇ ਵਿੱਚ ਸਿੱਖੀ ਦੀ ਪਰਿਭਾਸ਼ਾ ਹੈ। ਤੇ ਹੁਣ ਇਹ ਥੋੜੀ ਵੀ ਜੇਕਰ ਕੋਈ ਆਪਣਾ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਜਾ ਕੇ ਜਿਹਨੇ ਨਿਵਾਸ ਕਰ ਲਿਆ, ਉਤੋਂ ਇਹ ਵੀ ਨਹੀਂ ਨਾ ਆਸ ਰੱਖੀ ਜਾ ਸਕਦੇ ਵੀ ਉਹਨੇ ਆਪਣਾ ਘਰ-ਬਾਰ ਤਿਆਗ ਦਿੱਤਾ ਤੇ ਉਹਦਾ ਹੁਣ ਦਿਮਾਗ ਦੇ ਵਿੱਚੋਂ ਘਰ ਦੇ ਵਿਚਾਰ ਨਹੀਂ ਆਉਂਦੇ। ਸਗੋਂ ਪਾਤਸ਼ਾਹ ਜੀ ਆਖਦੇ ਨੇ ਵੀ ਜੇਕਰ ਤੁਸੀਂ ਜੰਗਲਾਂ ਦੇ ਵਿੱਚ ਆਉਂਦੇ ਹੋ, ਘਰ-ਬਾਰ ਛੱਡ ਕੇ ਆ ਗਏ, ਪਰ ਤੁਹਾਡੀ ਜਿਹੜੀ ਸੁਰਤੀ ਬਿਰਤੀ ਹੈ ਨਾ ਕਿਤੇ ਉਹਦੇ ਵਿੱਚ ਫਿਰ ਵੀ ਪਰਿਵਾਰ ਦਾ ਮੋਹ ਜਿਹੜਾ ਹੈ ਉਹ ਜਾਗ ਪੈਂਦਾ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਸਾਧੂਆਂ ਦੇ ਨਾਲ ਚਰਚਾ ਕਰਦੇ ਨੇ। ਕਹਿੰਦੇ ਵੀ ਇਸ ਤਰ੍ਹਾਂ ਤੁਸੀਂ ਕਿਵੇਂ ਪ੍ਰਭੂ ਤੇ ਆਸ ਰੱਖ ਸਕਦੇ ਹੋ ਜੇਕਰ ਤੁਸੀਂ ਆਪਣੇ ਗ੍ਰਸਤ ਨੂੰ ਹੀ ਤਿਆਗ ਦਿੱਤਾ, ਤਿਆਗ ਦਾ ਮਾਰਗ ਚੁਣ ਲਿਆ।
ਤੁਹਾਨੂੰ ਇਹ ਨਹੀਂ ਪਤਾ ਵੀ ਜੀਵਨ ਦੇ ਵਿੱਚ, ਗ੍ਰਸਥ ਦੇ ਵਿੱਚ, ਜੀਵਨ ਦੇ ਵਿੱਚ ਪ੍ਰਵੇਸ਼ ਹੁੰਦਿਆਂ ਉਹ ਘਰ-ਬਾਰ ਦੀਆਂ ਜ਼ਿੰਮੇਵਾਰੀਆਂ ਕਿਸ ਤਰ੍ਹਾਂ ਨਿਭਾਉਂਦੀਆਂ ਨੇ। ਸਮਤ ਅਗਾਤੀ ਸੰਤ ਸਚਾਲੀ, ਸ਼ਾਂਤ ਲਤਾ ਪਲ ਵਿਦ ਪ੍ਰਤਪਾਲੀ। ਤੇ ਕਹਿੰਦੇ ਵੀ ਜਿਹੜੇ ਅਸਲ ਦੇ ਵਿੱਚ ਚੰਗੀ ਮੱਤ ਵਾਲੇ ਨੇ ਨਾ, ਜਿਹੜੇ ਸੰਤਾਂ ਦੀ ਚਾਲ ਚੱਲਦੇ ਨੇ, ਜਿਹੜੇ ਅਸਲ ਦੇ ਵਿੱਚ ਸੰਤ ਨੇ। ਤੁਸੀਂ ਤਾਂ ਸਾਧੂਆਂ ਵਾਲਾ ਵੇਸ, ਸੰਤਾਂ ਵਾਲਾ ਵੇਸ ਧਾਰਨ ਕੀਤਾ ਨਾ। ਜਿਹੜੇ ਅਸਲ ਦੇ ਵਿੱਚ ਸੰਤ ਨੇ ਨਾ, ਜਿਨ੍ਹਾਂ ਨੇ ਸ਼ਾਂਤੀ ਦੀ ਵੇਲ ਆਪਣੇ ਜੀਵਨ ਦੇ ਵਿੱਚ, ਸ਼ਾਂਤੀ ਦਾ ਜਿਹੜਾ ਗੁਣ ਵੀ ਧਾਰਨ ਕੀਤਾ, ਭਾਵ ਸ਼ਾਂਤੀ ਦੀ ਨਿਮਰਤਾ ਭਾਵਨਾ ਦੀ ਵੇਲ ਜਿਨ੍ਹਾਂ ਨੇ ਚੰਗੇ ਤਰੀਕੇ ਦੇ ਨਾਲ ਪਾਲੀ ਹੈ। ਉਨ ਭਾਖਤ ਮਹੰਤ ਸ਼ੁਭ ਬਾਣੀ, ਭੋ ਤੀਮਤ ਤੁਮ ਹੋ ਗੁਣ ਖਾਨੀ। ਹੁਣ ਜਿਹੜੇ ਮਹੰਤ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਵਿਚਾਰ ਚਰਚਾ ਕਰਨ ਦੇ ਲਈ ਪੈਰ ਪੁੱਟਿਆ ਸੀ ਨਾ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਇਹ ਪੱਖ ਸੁਣਿਆ ਵੀ ਭਾਈ ਤੁਸੀਂ ਤਾਂ ਆਪਣਾ ਘਰ-ਬਾਰ ਹੀ ਤਿਆਗ ਦਿੱਤਾ, ਤੁਸੀਂ ਤਾਂ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਗਏ, ਤਾਂ ਕਿਵੇਂ ਆਸ ਰੱਖ ਸਕਦੇ ਹੋ ਵੀ ਪਰਮਾਤਮਾ ਮਿਲ ਜਾਵੇਗਾ। ਤੇ ਇਸੇ ਕਰਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੁਣ ਉਹ ਵਿਚਾਰ ਜਦੋਂ ਸੁਣੇ ਨਾ, ਮਹੰਤ ਨੇ ਜਦੋਂ ਵਿਚਾਰ ਸੁਣੇ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਖਦੇ ਹੈ ਕਿ ਹੇ ਗੁਣਾਂ ਦੀ ਖਾਣ, ਕਹਿੰਦੇ ਤੁਸੀਂ ਬੜੇ ਬੁੱਧੀਮਾਨ ਹੋ। ਕਿਸ਼ੋਰ ਅਵਸਥਾ ਦੇ ਵਿੱਚ ਇੰਨਾ ਗਿਆਨ ਹਾਸਲ ਕੀਤਾ ਹੈ, ਕਹਿੰਦੇ ਤੁਸੀਂ ਬਹੁਤ ਬੁੱਧੀਮਾਨ ਹੋ। ਬੈਸ ਕਿਸ਼ੋਰ ਵਿਖੇ ਅਪਮਾਨੀ, ਸਤ ਸੰਗਤ ਪਰ ਸੁਮਤ ਲੋਭਾਨੀ। ਤੇ ਕਹਿੰਦੇ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਮਾਨ ਰਹਿਤ ਹੋ, ਤੁਹਾਨੂੰ ਇਹ ਕਿਸੇ ਵੀ ਤਰ੍ਹਾਂ ਦੀ ਲਾਲਸਾ ਨਹੀਂ ਵੀ ਕੋਈ ਤੁਹਾਡੀ ਵਡਿਆਈ ਕਰੇ। ਆਮ ਤੌਰ ਦੇ ਉੱਤੇ ਮਨੁੱਖ ਦੇ ਜੀਵਨ ਦੇ ਵਿੱਚ ਇਹ ਵੀ ਕੁਝ ਨਾ ਕੁਝ ਇਹ ਸੁਭਾਅ ਬਣਿਆ ਹੁੰਦਾ ਵੀ ਅਸੀਂ ਜੇਕਰ ਕੋਈ ਕੰਮ ਕਰਦੇ ਆ ਨਾ, ਤਾਂ ਸਾਨੂੰ ਉਦੋਂ ਤੱਕ ਕੰਮ ਕਰਦੇ ਕਰਦੇ ਕਈ ਵਾਰੀ ਤਸੱਲੀ ਨਹੀਂ ਆਉਂਦੀ ਜਦੋਂ ਤੱਕ ਸਾਡੀ ਕੋਈ ਵਡਿਆਈ ਨਾ ਕਰ ਦੇਵੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣਾ ਪੱਖ ਵੀ ਰੱਖਦੇ ਨੇ, ਤੇ ਉਹ ਮਹੰਤ ਇੰਨਾ ਕੁ ਜਾਣੂ ਤਾਂ ਹੋ ਗਿਆ ਵੀ ਭਾਈ ਇਹ ਜਿਹੜਾ ਕਿਸ਼ੋਰ ਅਵਸਥਾ ਦੇ ਵਿੱਚ ਸਾਡੇ ਕੋਲ ਬਾਲਕ ਆਇਆ ਨਾ, ਇਹਨੂੰ ਇਦਾਂ ਦਾ ਕੋਈ ਹੰਕਾਰ ਨਹੀਂ ਵੀ ਕੋਈ ਮੇਰੀ ਵਡਿਆਈ ਕਰੇ। ਇਹਨਾਂ ਨੇ ਪੱਖ ਸਾਡੇ ਸਾਹਮਣੇ ਰੱਖਿਆ ਤੇ ਫਿਰ ਨਾਲ ਹੀ ਆਖਦੇ ਨੇ ਕਿ ਸਤ ਸੰਗਤ ਜਿਹੜੀ ਤੁਸੀਂ ਜਾਣਦੇ ਹੋ ਨਾ, ਤੁਹਾਡਾ ਸਤ ਸੰਗੀਆਂ ਦੇ ਨਾਲ ਬਹੁਤ ਪਿਆਰ ਹੈ। ਸੰਤ ਰੇਨ ਹੈ ਨਾਮ ਹਮਾਰਾ, ਸ਼੍ਰੀ ਗੁਰੂ ਬਚ ਸੋ ਧਰਿਓ ਸੁਧਾਰਾ। ਤੇ ਉਹ ਹੁਣ ਜਿਹੜਾ ਪਾਤਸ਼ਾਹ ਜੀ ਨੇ ਸਵਾਲ ਕੀਤਾ ਸੀ ਵੀ ਤੁਹਾਡਾ ਨਾਮ ਕੀ ਹੈ, ਤੇ ਕਹਿੰਦੇ ਮੇਰਾ ਨਾਮ ਸੰਤ ਰੇਨ ਹੈ। ਮੈਨੂੰ ਸੰਤ ਰੇਨ ਕਹਿੰਦੇ ਨੇ ਇਸ ਮੰਡਲ ਦੇ ਵਿੱਚ। ਇਹ ਜਿਹੜੀ ਸਾਧੂਆਂ ਵਾਲੀ ਮੰਡਲੀ ਹੈ ਨਾ, ਮੈਨੂੰ ਇੱਥੇ ਸੰਤ ਰੇਨ ਕਰਕੇ ਬੁਲਾਇਆ ਜਾਂਦਾ। ਤੇ ਕਹਿੰਦੇ ਮੈਂ ਆਪਣੇ ਸ੍ਰੀ ਗੁਰੂ ਦੇ ਬਚਨ ਉਚਾਰਨ ਕਰਕੇ, ਉਹਨਾਂ ਦਾ ਜਸ ਕਰਕੇ ਆਪਣੇ ਜੀਵਨ ਦਾ ਸੁਧਾਰ ਕੀਤਾ ਹੈ। ਦੀਨ ਗਰੀਬੀ ਕੋ ਸਿਰ ਪਾਉ, ਸੋ ਜਸ ਜਾਸ ਵੋ ਬਦਤ ਪ੍ਰਭਾਉ। ਤੇ ਕਹਿੰਦੇ ਆਪਣੇ ਜੀਵਨ ਦੇ ਵਿੱਚ ਗਰੀਬੀ ਵਾਲਾ ਸੁਭਾਅ ਧਾਰਨ ਕੀਤਾ ਹੈ। ਕਹਿੰਦੇ ਇਸੇ ਤਰ੍ਹਾਂ ਅਧੀਰ ਆ, ਤੇ ਕਹਿੰਦੇ ਇਹੀ ਗਰੀਬੀ ਅਤੇ ਅਧੀਰ ਕਹਿੰਦੇ ਸਾਡੇ ਲਈ ਸਰੋਪੇ ਹਨ, ਸਾਡੇ ਲਈ ਇਹੀ ਮਾਣ ਵਾਲੀ ਗੱਲ ਹੈ। ਸੋ ਜਸ ਜਾਸ ਵੋ ਬਦਤ ਪ੍ਰਭਾਉ, ਕਹਿੰਦੇ ਜਸ ਜਾਸ ਅਤੇ ਪ੍ਰਤਾਪ ਸਾਡਾ ਬਹੁਤ ਵਧਿਆ ਹੈ। ਹਿਰਦੇ ਪ੍ਰਸੀਦੇ ਸੁਣ ਕਰ ਨਾਮੋ, ਜਿਉ ਕਬ ਉਕਤ ਸੁਣਤ ਮਤ ਤਾਮੋ। ਤੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਉਸ ਮਹੰਤ ਦੇ ਕੋਲੋਂ ਨਾਮ ਸੁਣਿਆ ਨਾ, ਨਾਮ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਬਹੁਤ ਪ੍ਰਸੰਨ ਹੋਏ ਨੇ। ਕਹਿੰਦੇ ਜਿਵੇਂ ਕੋਈ ਇੱਕ ਵਧੀਆ ਕਵੀ ਕਿਸੇ ਵੀ ਤਰੀਕੇ ਦੇ ਨਾਲ ਕਵਿਤਾ ਦੀ ਪੇਸ਼ਕਾਰੀ ਕਰਦਾ ਹੈ, ਉਹ ਕਵਿਤਾ ਲਿਖਦਾ ਹੈ, ਕਵਿਤਾ ਸੁਣਾਉਂਦਾ, ਇਸੇ ਤਰ੍ਹਾਂ ਕਹਿੰਦੇ ਉਹ ਵਿਚਾਰ ਸੁਣਦੇ ਸੁਣਦੇ ਜਦੋਂ ਉਹਦਾ ਨਾਮ ਸੁਣਿਆ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਹੁਤ ਖੁਸ਼ ਹੁੰਦੇ ਨੇ। ਮੁਝ ਸੋ ਕਹਿਣ ਲੱਗੇ ਤਿਹ ਕਾਲਾ, ਤਜਿਓ ਨਾ ਜਾਏ ਬਣਜ ਇਹ ਬਾਲਾ। ਤੇ ਕਹਿੰਦੇ ਹੁਣ ਭਾਈ ਬਾਲਾ ਜੀ ਇੱਥੇ ਆਪਣੀ ਵਿਚਾਰ ਵੀ ਰੱਖਦੇ ਨੇ। ਕਹਿੰਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਆਸ਼ਰਮ ਦੇ ਵਿੱਚ ਵਿਚਰਦੇ ਨੇ, ਆਸ਼ਰਮ ਦੇ ਵਿੱਚ ਚਲੇ ਜਾਂਦੇ ਨੇ, ਉਹਨਾਂ ਸਾਧੂਆਂ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ, ਉਹਨਾਂ ਦੇ ਪੱਖ ਸੁਣਦੇ ਨੇ, ਆਪਣਾ ਪੱਖ ਸੁਣਾਉਂਦੇ ਨੇ। ਹੁਣ ਵਿਚਾਰ ਚਰਚਾ ਜੇਕਰ ਅਸੀਂ ਗੱਲ ਕਰੀਏ ਤਾਂ ਵਿਚਾਰ ਚਰਚਾ ਇਹ ਨਹੀਂ ਹੁੰਦੀ ਵੀ ਅਸੀਂ ਆਪਣੇ ਵਿਚਾਰ ਹੀ ਅਗਲੇ ਦੇ ਉੱਤੇ ਥੋਪ ਕੇ ਆ ਜਾਈਏ। ਬੋਲਣਾ ਸਾਰਿਆਂ ਨੂੰ ਆਉਂਦਾ, ਪਰ ਸੁਣਨ ਦੀ ਸ਼ਮਤਾ ਕਿਸੇ ਕਿਸੇ ਦੇ ਅੰਦਰ ਹੁੰਦੀ ਹੈ।
ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਵੀ ਪੱਖ ਰੱਖਿਆ ਵੀ ਭਾਈ ਅਗਲੇ ਦੇ ਵਿਚਾਰ ਪਹਿਲਾਂ ਸੁਣਨੇ ਚਾਹੀਦੇ ਨੇ, ਫਿਰ ਆਪਣਾ ਪੱਖ ਰੱਖਣਾ ਚਾਹੀਦਾ। ਇਹ ਵਿਚਾਰ ਚਰਚਾ ਹੁੰਦੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਇੱਥੇ ਆਖਦੇ ਨੇ, ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ, ਨਾਲ ਨਾਲ ਭਾਈ ਬਾਲਾ ਵੀ ਵਿਚਰਦੇ ਨੇ। ਸਾਰਾ ਕੁਝ ਅੱਖੀਂ ਦੇਖਿਆ, ਪਰਖਿਆ, ਸਾਰਾ ਕੁਝ ਸੁਣਿਆ। ਤੇ ਹੁਣ ਭਾਈ ਬਾਲਾ ਜੀ ਆਪਣਾ ਪੱਖ ਰੱਖਦੇ ਨੇ। ਕਹਿੰਦੇ ਮੁਝ ਸੋ ਕਹਿਣ ਲੱਗੇ ਤੇ ਗੱਲ। ਤੇ ਕਹਿੰਦੇ ਮੈਨੂੰ ਉਸ ਵੇਲੇ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਤਜਿਓ ਨਾ ਜਾਏ ਬਣਜ ਇਹ ਬਾਲਾ। ਹੇ ਬਾਲਾ ਜੀ, ਕਹਿੰਦੇ ਵੀ ਸਾਨੂੰ ਪਿਤਾ ਜੀ ਨੇ ਚੰਗਾ ਸੌਦਾ ਕਰਨ ਦੇ ਵਾਸਤੇ ਭੇਜਿਆ ਸੀ। ਕਹਿੰਦੇ ਮੇਰੇ ਕੋਲ ਇਹ ਬਣਜ ਛੱਡਿਆ ਨਹੀਂ ਜਾਂਦਾ, ਮੈਨੂੰ ਇਹੀ ਸੌਦਾ ਖਰਾ ਲੱਗਦਾ। ਕਹਿੰਦੇ ਇਹ ਖਰਾ ਸੌਦਾ ਛੱਡਣ ਨੂੰ ਮੇਰਾ ਦਿਲ ਨਹੀਂ ਕਰਦਾ। ਕਰਤੇ ਧਨ ਤਰ ਅਗਰ ਮਹੰਤਾ, ਅਸਨ ਕਰਾਵੋ ਕਹਿ ਜਗ ਕੰਤਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਧਨ ਸੀ, ਜਿਹੜਾ ਮਹਿਤਾ ਕਾਲੂ ਜੀ ਦੇ ਕੋਲੋਂ ਪ੍ਰਾਪਤ ਕੀਤਾ ਸੀ, ਕਹਿੰਦੇ ਉਹ ਸਾਰੇ ਦਾ ਸਾਰਾ ਧਨ ਮਹੰਤ ਦੇ ਅੱਗੇ ਰੱਖ ਦਿੱਤਾ। ਹਮ ਨੇ ਤੁਮਰੀ ਸਭ ਵਿਦ ਜਾਨੀ, ਕਰਤਨਾ ਪ੍ਰਾਰਥਨਾ ਗੁਣ ਹਾਨੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਉਹ 20 ਰਜਤ ਭੰਨ ਉਹ ਮਹੰਤ ਨੂੰ ਫੜਾਏ ਨੇ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਖਦੇ ਨੇ ਕਿ ਹੇ ਮਹੰਤ ਜੀ, ਕਹਿੰਦੇ ਆਪਣੇ ਸਾਥੀ ਸਾਧੂਆਂ ਨੂੰ ਭੋਜਨ ਕਰਵਾ ਦਿਓ। ਤੇ ਨਾਲ ਹੀ ਨਾਲ ਇਹ ਵੀ ਆਖਦੇ ਨੇ ਕਿ ਕਹਿੰਦੇ ਅਸੀਂ ਤੁਹਾਡੇ ਬਾਰੇ ਸਾਰਾ ਕੁਝ ਜਾਣ ਲਿਆ, ਸਾਨੂੰ ਇੰਨੀ ਕੁ ਸਮਝ ਆ ਗਈ, ਕਹਿੰਦੇ ਤੁਸੀਂ ਕਿਸੇ ਵੀ ਪਾਸੇ ਤੋਂ ਹੱਥ ਅੱਡ ਕੇ ਮੰਗਦੇ ਨਹੀਂ ਹੋ। ਬਿਨ ਜਾਂਚੇ ਸਾਦਰ ਜੋ ਦੇਈ, ਤਾਂ ਕੋ ਰਚ ਸੋ ਅਚਨਕ ਰੇਈ। ਜਿਵੇਂ ਮਹੰਤ ਨੇ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਇਹ ਵੀ ਸਾਂਝ ਪਾਈ ਸੀ ਵੀ ਅਸੀਂ ਸਬਰ ਸੰਤੋਖ ਦੇ ਸਿੰਘਾਸਣ ਦੇ ਉੱਤੇ ਵਿਰਾਜਮਾਨ ਹੁੰਦੇ ਹਾਂ। ਇਹ ਸਾਧੂਆਂ ਵਾਲੀ ਬਿਰਤੀ ਦੇ ਵਿੱਚ ਨਾ ਸਬਰ ਸੰਤੋਖ ਵੀ ਇਹ ਗੁਣ ਧਾਰਨ ਕਰਨੇ ਪੈਂਦੇ ਨੇ। ਤਾਂ ਕਰਕੇ ਅਸੀਂ ਭੋਜਨ ਦਾ ਵੀ ਤਿਆਗ ਕਰ ਦਿੱਤਾ ਤੇ ਆਪਣੇ ਤਨ ਦੇ ਉੱਤੇ ਜਿਹੜੇ ਕੱਪੜੇ ਪਹਿਨਦੇ ਆ ਉਹ ਵੀ ਸੰਜਮ ਕਰਦੇ ਆ, ਸੰਜਮ ਵਰਤਦੇ ਆ। ਤੇ ਹੁਣ ਇੱਥੇ ਉਹੀ ਸਾਧੂ ਆਖਦੇ ਨੇ ਤੇ ਕਹਿੰਦੇ ਬਿਨਾਂ ਮੰਗਿਆ ਜੋ ਕੋਈ ਅਦਬ ਦੇ ਨਾਲ ਆਦਰ ਦੇ ਨਾਲ ਦਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦਾ ਗੁਣ ਜਾਂਚਿਆ। ਕਹਿੰਦੇ ਅਸੀਂ ਇਸ ਗੱਲ ਤੋਂ ਵੀ ਜਾਣੂ ਆ ਵੀ ਤੁਹਾਨੂੰ ਅਦਬ ਸਤਿਕਾਰ ਦੇ ਨਾਲ ਬਿਨਾਂ ਮੰਗਿਆ ਜਿਹੜੀ ਵੀ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਤੇ ਕਹਿੰਦੇ ਤੁਸੀਂ ਉਸੇ ਨੂੰ ਪ੍ਰੇਮ ਦੇ ਨਾਲ ਛਕਦੇ ਹੋ। ਅਬੇ ਪਠਾਏ ਸ੍ਰੀ ਕਰਤਾਰਾ, ਲੈ ਕਰ ਸੁਖ ਸੋ ਕਰਮ ਆਹਾਰਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਉਹਨਾਂ ਦੇ ਨਾਲ ਵਿਚਰਦੇ ਆਖਦੇ ਨੇ ਕਿ ਸ੍ਰੀ ਕਰਤਾਰ ਨੇ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਕੁਝ ਭੇਜਿਆ ਹੈ। ਤੇ ਕਹਿੰਦੇ ਇਸ ਲਈ ਇਸ ਰਕਮ ਨੂੰ ਲੈ ਕੇ ਤੁਸੀਂ ਸੁਖ ਪੂਰਵਕ ਜਿਹੜਾ ਹੈ ਉਹ ਭੋਜਨ ਛਕਣਾ ਕਰੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਦੇ ਨਾਲ ਉਹ ਆਸ਼ਰਮ ਦੇ ਵਿੱਚ ਵਿਚਰਦੇ ਨੇ, ਸਾਧੂਆਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ, ਕੁਝ ਕੁ ਪੱਖ ਆਪਣੇ ਵੀ ਰੱਖਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਜਿਹੜੀ ਆਪਣੀ ਵਿਚਾਰ ਉਹਨਾਂ ਨੂੰ ਸਮਝਾਉਣੀ ਸੀ ਨਾ, ਉਹ ਪੱਖ ਰੱਖ ਦਿੱਤਾ। ਹੁਣ ਅਸੀਂ ਆਮ ਤੌਰ ਦੇ ਉੱਤੇ ਸਮਾਜ ਦੇ ਵਿੱਚ ਵਿਚਰਦੇ ਹੋਈਏ ਨਾ, ਜੇਕਰ ਅਸੀਂ ਕਿਸੇ ਦੇ ਨਾਲ ਇਹ ਗੱਲ ਕਰ ਲਈਏ ਵੀ ਭਾਈ ਗੁਰੂ ਘਰ ਹਾਜ਼ਰੀ ਭਰਨੀ ਚਾਹੀਦੀ ਹੈ, ਜੇਕਰ ਕਿਸੇ ਦੇ ਨਾਲ ਇਹ ਵਿਚਾਰ ਪਾ ਲਈਏ ਵੀ ਭਾਈ ਖੰਡੇ ਬਾਟੇ ਦੀ ਪਹੁਲ ਲੈਣੀ ਵੀ ਸਿੱਖ ਲਈ ਜ਼ਰੂਰੀ ਧਰਮ ਹੈ, ਗੁਰੂ ਦਾ ਹੁਕਮ ਹੈ, ਤਾਂ ਸਾਡੇ ਸਾਹਮਣੇ ਇਹ ਵਿਚਾਰ ਆਮ ਤੌਰ ਦੇ ਉੱਤੇ ਰੱਖੇ ਜਾਂਦੇ ਨੇ ਵੀ ਭਾਈ ਮੇਰੇ ਜੀਵਨ ਦੇ ਵਿੱਚ ਸਬਰ ਸੰਤੋਖ ਵੀ ਹੈ, ਮੈਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰਦਾ, ਮੇਰਾ ਜੀਵਨ ਚੰਗਾ ਹੈ, ਚੰਗਿਆ ਵਾਲਾ ਮੈਂ ਗੁਣ ਧਾਰਨ ਕੀਤੇ ਨੇ, ਤਾਂ ਇਹ ਚੀਜ਼ਾਂ ਕਰਨ ਦੀ ਕੀ ਲੋੜ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮੇਰੇ ਜੀਵਨ ਦੇ ਵਿੱਚ ਪਹਿਲੇ ਚੰਗੇ ਗੁਣ ਨੇ। ਤਾਂ ਹੁਣ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜਾ ਪੱਖ ਰੱਖਿਆ ਸਾਨੂੰ ਉੱਥੋਂ ਵੀ ਸਮਝਣਾ ਪਵੇਗਾ। ਹੁਣ ਗੁਰੂ ਦਾ ਹੁਕਮ ਵੀ ਹੈ ਨਾ ਵੀ ਖੰਡੇ ਬਾਟੇ ਦੀ ਪਹੁਲ ਲੈਣੀ ਹਰੇਕ ਸਿੱਖ ਦਾ ਧਰਮ ਹੈ। ਤੇ ਇੱਥੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦੇਖਿਆ ਵੀ ਭਾਈ ਉਹ ਆਖਦੇ ਨੇ ਵੀ ਸਾਡੇ ਅੰਦਰ ਚੰਗੇ ਗੁਣ ਨੇ, ਪਰ ਕਹਿੰਦੇ ਜਿਹੜੇ ਮਨੁੱਖ ਦੀਆਂ ਅਸਲ ਜ਼ਿੰਮੇਵਾਰੀਆਂ ਨੇ ਉਹ ਚੰਗੇ ਗੁਣ ਹੋਣ ਦੇ ਬਾਵਜੂਦ ਵੀ ਉਹਨਾਂ ਜਿਹੜੇ ਜ਼ਿੰਮੇਵਾਰੀਆਂ ਨੇ ਉਹਨਾਂ ਤੋਂ ਭਗੌੜੇ ਹੋਏ ਨੇ। ਹੁਣ ਸਾਡੀ ਜ਼ਿੰਮੇਵਾਰੀ ਵੀ ਬਣਦੀ ਵੀ ਅਸੀਂ ਆਪਣੇ ਗੁਰੂ ਦੇ ਵਫਾਦਾਰ ਹੋਈਏ, ਗੁਰੂ ਪ੍ਰਤੀ ਅਸੀਂ ਆਪਣੀ ਵਫਾਦਾਰੀ ਨਿਭਾਈਏ। ਤੇ ਉਹ ਵਫਾਦਾਰੀ ਤਾਂ ਹੀ ਨਿਭਾਈ ਜਾ ਸਕਦੀ ਜੇਕਰ ਅਸੀਂ ਗੁਰੂ ਦੇ ਹੁਕਮ ਦੀ ਪਾਲਣਾ ਕਰਾਂਗੇ। ਚੰਗੀ ਗੱਲ ਹੈ, ਸਮਾਜ ਦੇ ਵਿੱਚ ਚੰਗੇ ਗੁਣ ਹੋਣੇ ਚਾਹੀਦੇ ਨੇ। ਹੁਣ ਸਿੱਖੀ ਦੀ ਵਿਚਾਰਧਾਰਾ ਵੀ ਤਾਂ ਇਹੀ ਹੈ ਨਾ ਵੀ ਮਨੁੱਖ ਦਾ ਪਹਿਲਾਂ ਸਤਿਗੁਰੂ ਜੀ ਨੇ ਕਿਰਦਾਰ ਘੜਿਆ। ਅਸੀਂ ਜਦੋਂ ਅਰਦਾਸ ਬੇਨਤੀ ਕਰਦੇ ਹਾਂ ਤਾਂ ਅਸੀਂ ਅਰਦਾਸ ਬੇਨਤੀ ਦੇ ਵਿੱਚ ਵੀ ਆਖ ਦਿੰਦੇ ਹਾਂ ਕਿ ਸਾਨੂੰ ਬਾਣੀ ਬਾਣੇ ਦੇ ਧਾਰਨੀ ਬਣਾਉਣਾ।
10 ਗੁਰੂ ਸਾਹਿਬਾਨਾਂ ਨੇ ਸਰੀਰਕ ਰੂਪ ਦੇ ਵਿੱਚ ਕੌਮ ਦੀ ਅਗਵਾਈ ਕੀਤੀ, ਕੌਮ ਦੀ ਘਾਟ ਘੜੀ। 9 ਪਾਤਸ਼ਾਹੀਆਂ ਤੱਕ ਸਭ ਤੋਂ ਪਹਿਲਾਂ ਤਾਂ ਕਿਰਦਾਰ ਘੜਿਆ ਗਿਆ ਮਨੁੱਖ ਦੇ ਜੀਵਨ ਦੇ ਵਿੱਚ, ਸਿੱਖ ਦੇ ਜੀਵਨ ਦੇ ਵਿੱਚ ਬਾਣੀ ਪੱਕੀ ਕੀਤੀ। ਜਦੋਂ ਬਾਣੀ ਪੱਕੀ ਹੋ ਗਈ, ਕਿਰਦਾਰ ਘੜਿਆ ਗਿਆ, ਫਿਰ 10ਵੇਂ ਪਾਤਸ਼ਾਹ ਜੀ ਨੇ ਬਾਣਾ ਬਖਸ਼ਿਸ਼ ਕੀਤਾ। ਸਕੂਲ ਦੇ ਵਿੱਚ ਅਸੀਂ ਪੜ੍ਹਾਈ ਕਰੀਏ, ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰੀਏ ਨਾ, ਪੜ੍ਹਾਈ ਕਰਨ ਤੋਂ ਬਾਅਦ ਸਾਨੂੰ ਡਿਗਰੀ ਮਿਲਦੀ, ਪੜ੍ਹਾਈ ਕਰਨ ਤੋਂ ਬਾਅਦ ਇਮਤਿਹਾਨ ਦੇਣ ਤੋਂ ਬਾਅਦ ਸਾਨੂੰ ਉਸ ਕਲਾਸ ਦਾ ਸਰਟੀਫਿਕੇਟ ਮਿਲਦਾ, ਤਾਂ ਅਸੀਂ ਸਭ ਤੋਂ ਪਹਿਲਾਂ ਆਪਣੀ ਕਿਰਦਾਰ ਘੜਨਾ, ਆਪਣੇ ਅੰਦਰ ਬਾਣੀ ਧਾਰਨ ਕਰਨੀ, ਤਾਂ ਅਸੀਂ ਬਾਣੇ ਦੇ ਹੱਕਦਾਰ ਹਾਂ। ਜਦੋਂ ਇਸ ਤਰ੍ਹਾਂ ਅਸੀਂ ਆਪਣਾ ਕਿਰਦਾਰ ਵੀ ਘੜ ਲਿਆ, ਬਾਣਾ ਵੀ ਧਾਰਨ ਕਰ ਲਿਆ, ਤੇ ਫਿਰ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ। ਤੇ ਇਸੇ ਤਰ੍ਹਾਂ ਹੁਣ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਹ ਪੱਖ ਜ਼ਿਆਦਾ ਰੱਖਿਆ, ਤੁਸੀਂ ਸਾਧੂਆਂ ਵਾਲਾ ਲਿਬਾਸ ਤਾਂ ਧਾਰਨ ਕਰ ਲਿਆ। ਤੇ ਪਾਤਸ਼ਾਹ ਜੀ ਆਖਦੇ ਨੇ ਕਿ ਗ੍ਰਸਥ ਜੀਵਨ ਦੇ ਵਿੱਚ ਰਹਿੰਦਿਆਂ ਵੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਕਿਵੇਂ? ਆਪਣੀਆਂ ਜ਼ਿੰਮੇਵਾਰੀਆਂ ਸਮਝੋ, ਆਪਣੇ ਪਰਿਵਾਰ ਪ੍ਰਤੀ ਵਫਾਦਾਰੀ ਨਿਭਾਓ। ਮੰਨਿਆ ਤੁਹਾਡੇ ਅੰਦਰ ਚੰਗੇ ਗੁਣ ਨੇ, ਪਰ ਤੁਸੀਂ ਇਹ ਗੁਣ ਵੀ ਜਿਹੜਾ ਹੈ ਇਹ ਤਿਆਗਿਆ ਹੋਇਆ ਹੈ, ਇਹ ਤਿਆਗ ਦਾ ਰਸਤਾ ਚੁਣਿਆ ਹੋਇਆ ਨਾ। ਪਰਿਵਾਰ ਦੇ ਵਿੱਚ ਰਹਿੰਦੇ ਆ, ਪਰਿਵਾਰ ਕੋਈ ਅੜਚਨ ਨਹੀਂ ਪੈਦਾ ਕਰਦਾ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ, ਸਗੋਂ ਸਿੱਖ ਨੂੰ ਇਹ ਪਾਤਸ਼ਾਹ ਜੀ ਨੇ ਹਦਾਇਤ ਵੀ ਕੀਤੀ ਹੈ ਵੀ ਪਰਿਵਾਰ ਦੇ ਵਿੱਚ ਰਹਿੰਦੇ ਆ, ਦੁਨੀਆ ਦੇ ਵਿੱਚ ਰਹਿੰਦੇ ਆ, ਦੁਨੀਆ ਦੇ ਵਿੱਚ ਵਿਚਰਦੇ ਆ, ਵਿਕਾਰਾਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ, ਨਾ ਕਿ ਆਪਣੇ ਆਪ ਨੂੰ ਕਿਸੇ ਬੰਦਸ਼ ਦੇ ਵਿੱਚ ਰੱਖ ਕੇ। ਹੁਣ ਮੋਹ ਵਿਕਾਰ ਜਿੰਨੇ ਵੀ ਨੇ, ਉਹਨਾਂ ਦੇ ਉੱਤੇ ਤਾਂ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਜੇਕਰ ਅਸੀਂ ਉਸ ਨੂੰ ਸਮਝਣ ਦਾ ਯਤਨ ਕਰੀਏ। ਹੁਣ ਕਈ ਵਾਰੀ ਅਸੀਂ ਇਹ ਆਖ ਦਿੰਦੇ ਵੀ ਭਾਈ ਅਸੀਂ ਤਾਂ ਚੋਰੀ ਨਹੀਂ ਕਰਦੇ, ਹੋ ਸਕਦਾ ਅੱਜ ਤੱਕ ਕਿਸੇ ਨੂੰ ਮੌਕਾ ਹੀ ਨਾ ਮਿਲਿਆ ਹੋਵੇ। ਗੱਲ ਤਾਂ ਉਦੋਂ ਆ ਵੀ ਜਦੋਂ ਤੁਹਾਡੇ ਕੋਲ ਮੌਕਾ ਵੀ ਹੋਵੇ, ਸਾਰੀਆਂ ਚੀਜ਼ਾਂ ਵੀ ਉਪਲਬਧ ਹੋਣ, ਤੇ ਫਿਰ ਤੁਹਾਡਾ ਮਨ ਕਵੇ ਵੀ ਭਾਈ ਨਹੀਂ ਇਹ ਕੰਮ ਗਲਤ ਹੈ। ਫਿਰ ਪਤਾ ਲੱਗੇਗਾ ਵੀ ਅਸੀਂ ਉਸ ਸੁਭਾਅ ਦੇ ਉੱਤੇ ਆਪਣੀ ਜਿੱਤ ਪ੍ਰਾਪਤ ਕੀਤੀ ਹੋਈ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਆਖਦੇ ਨੇ ਕਿ ਭਾਈ ਪਰਿਵਾਰ ਦੇ ਵਿੱਚ ਰਹਿੰਦੇ ਆ ਇਹਨਾਂ ਚੀਜ਼ਾਂ ਦੇ ਉੱਤੇ ਜੇਕਰ ਤੁਸੀਂ ਜਿੱਤ ਪ੍ਰਾਪਤ ਕਰ ਲਵੋਗੇ ਤਾਂ ਤੁਸੀਂ ਸਾਧੂ ਕਹਾ ਸਕਦੇ ਹੋ। ਕਹਿੰਦੇ ਸਾਧੂਆਂ ਵਾਲੀ ਬਿਰਤੀ ਤਾਂ ਬਹੁਤ ਉੱਚੀ ਹੁੰਦੀ ਹੈ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਕੱਲ ਦੇ ਦੀਵਾਨਾਂ ਦੇ ਵਿੱਚ ਯਤਨ ਕਰਾਂਗੇ ਕਿ ਇਸ ਪ੍ਰਸੰਗ ਦੀ ਸਮਾਪਤੀ ਹੋਵੇ, ਤੇ ਰਹਿੰਦੀਆਂ ਵਿਚਾਰਾਂ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੋਰ ਆਪਣੇ ਵਿਚਾਰ ਉਹਨਾਂ ਸਾਧੂਆਂ ਦੇ ਨਾਲ ਕਰਦੇ ਨੇ, ਉਹ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਣਾ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।